ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਜਿਵੇਂ ਕਿਹਾ ਸੀਗਾ ਕਿ ਅਸੀਂ ਟੌਪਿਕ ਵਾਈਜ਼ ਜੋ ਹੈ ਮੈਂ ਸੋਚ ਰਹੀ ਹਾਂ ਕਿ ਵੀਡੀਓ ਬਣਾਵਾਂ, ਨਾਲ ਦੀ ਨਾਲ ਤੁਹਾਡੀ ਜਿਹੜੀ ਕੁਐਸਚਨਿੰਗ ਦੀ ਵੀਡੀਓ ਹੈ ਉਹ ਵੀ ਚੱਲੇਗੀ ਅਤੇ ਟੌਪਿਕ ਵਾਈਜ਼ ਵੀ ਚੱਲੇਗੀ। ਮਤਲਬ ਕਿ ਦਿਨ ਵਿੱਚ ਮੈਂ 2 ਵੀਡੀਓਜ਼ ਜੋ ਹੈ ਅਪਲੋਡ ਕਰਾਂਗੀ। ਇਹਦੇ ਵਿੱਚ ਇੱਕ ਟੌਪਿਕ ਹੈ, ਮੈਂ ਨਾ ਭਾਈ ਵੀਰ ਸਿੰਘ ਜੀ ਤੋਂ ਸਟਾਰਟ ਨਹੀਂ ਕਰ ਰਹੀ, ਮੈਂ ਥੋੜ੍ਹਾ ਥੱਲਿਓਂ ਦੀ ਸਿਲੇਬਸ ਸਟਾਰਟ ਕੀਤਾ ਹੈ ਕਿ ਉਹ ਟੌਪਿਕਸ ਜਿਹੜੇ ਸਾਨੂੰ ਕਿ ਮੈਟਰ ਕਿਤੇ ਇੰਨਾ ਅੱਛੀ ਤਰ੍ਹਾਂ ਮਿਲਦਾ ਨਹੀਂ ਹੈ ਕਿ ਜਿਹਦੇ ਨਾਲ 1 ਮਾਰਕਿੰਗ ਕੁਐਸਚਨਸ ਟਾਈਪ ਥੋੜ੍ਹਾ ਰੈਡੀ ਹੋ ਸਕੇ। ਵੈਸੇ ਤਾਂ ਮੇਰੇ ਕੋਲ ਫੁੱਲ ਫਲੈਜ ਜਿਹੜੇ ਹੈ ਨੋਟਸ ਅਵੇਲੇਬਲ ਹੈ, ਉਹ ਮੈਂ ਤੁਹਾਨੂੰ ਕਰਾਵਾਂਗੀ। ਜੇ ਕਿਸੇ ਨੇ ਨੋਟਸ ਪਰਸਨਲੀ ਮੇਰੇ ਕੋਲੋਂ ਲੈਣੇ ਹੋਣ ਤਾਂ ਉਹ ਮੈਨੂੰ ਕਮੈਂਟ ਵਿੱਚ ਦੱਸ ਸਕਦਾ। ਹੁਣ ਇਹਦੇ ਵਿੱਚ ਤੁਹਾਡਾ 12ਵਾਂ ਪੁਆਇੰਟ ਜੋ ਹੈ ਉਹ ਹੈ ਸਾਹਿਤ ਦੇ ਭਿੰਨ ਰੂਪਾਂ ਦੀ ਚਰਚਾ। ਸਾਹਿਤ ਦੇ 2 ਰੂਪ ਮੰਨੇ ਜਾਂਦੇ ਨੇ, ਕਵਿਤਾ ਅਤੇ ਵਾਰਤਕ। ਕਵਿਤਾ ਵਿੱਚ ਅੱਗੋਂ ਆ ਜਾਂਦਾ ਹੈ, ਅਸੀਂ ਕਵਿਤਾ ਕਰਦੇ ਹਾਂ ਉਸਦੇ ਤੱਤ ਕਰਦੇ ਹਾਂ ਛੰਦ, ਅਲੰਕਾਰ, ਰਸ, ਜੋ ਪਿੰਗਲ ਆ ਜਾਂਦਾ ਹੈ। ਠੀਕ ਹੈ, ਮੈਂ ਉਹਦੇ ਬਾਰੇ ਅੱਜ ਵੀਡੀਓ ਬਣਾ ਰਹੀ ਹਾਂ। ਉਸ ਤੋਂ ਬਾਅਦ ਅੱਗੋਂ ਆ ਜਾਂਦਾ ਵਾਰਤਕ, ਜਿਹਦੇ ਵਿੱਚ ਕਹਾਣੀ, ਨਾਵਲ, ਸਵੈ ਜੀਵਨੀ, ਨਾਟਕ, ਇਕਾਂਗੀ ਜੀਵਨੀ, ਇਹ ਵਿਸ਼ੇ ਜਿਹੜੇ ਵਾਰਤਕ ਵਿੱਚ ਆ ਜਾਂਦੇ। ਠੀਕ ਹੈ, ਜੋ ਅੱਜ ਅਸੀਂ ਸਟਾਰਟ ਕਰ ਰਹੇ ਹਾਂ ਉਹ ਪਿੰਗਲ ਸਟਾਰਟ ਕਰ ਰਹੇ ਹਾਂ ਅਤੇ ਛੋਟਾ ਜਿਹਾ ਟੌਪਿਕ ਹੈ, ਮੈਂ ਕਰ ਰਹੀ ਹਾਂ। ਜੇ ਤੁਹਾਨੂੰ ਪਸੰਦ ਆਇਆ ਤਾਂ ਜ਼ਰੂਰ ਕਮੈਂਟ 'ਤੇ ਲਾਈਕ ਕਰਿਓ, ਕਿਉਂਕਿ ਤੁਹਾਡੇ ਕਮੈਂਟ ਆਉਣਗੇ ਤਾਂ ਮੈਨੂੰ ਅੱਗੋਂ ਹੋਏਗਾ ਕਿ ਮੈਂ ਹੋਰ ਵੀਡੀਓ ਬਣਾਵਾਂ। ਜੇ ਤੁਹਾਡੇ ਕਮੈਂਟਸ ਨਹੀਂ ਆਉਣਗੇ ਤਾਂ ਮੇਰਾ ਦਿਲ ਛੋਟਾ ਜਿਹਾ ਹੈ, ਮੈਂ ਫਿਰ ਵੀਡੀਓ ਨਹੀਂ ਬਣਾਉਂਦੀ। ਤੁਸੀਂ ਦੇਖ ਹੀ ਚੁੱਕੇ ਹੋਵੋਗੇ ਕਿ ਪਹਿਲੇ ਮੈਂ 3 ਮਹੀਨੇ ਪਹਿਲਾਂ ਬਣਾ ਰਹੀ ਸੀ, ਫਿਰ ਵਿੱਚੋਂ ਮੈਂ ਵੀਡੀਓਜ਼ ਬਣਾਉਣੀਆਂ ਬੰਦ ਕਰਤੀਆਂ। ਫਿਰ ਮੈਂ ਇੱਕ ਦਿਨ ਵੈਸੇ ਹੀ ਜਦੋਂ ਯੂਟਿਊਬ ਖੋਲ੍ਹਿਆ ਦੇਖਿਆ ਕਮੈਂਟਸ ਆਏ ਹੋਏ ਸੀ ਕਾਫੀ ਜਾਣਿਆਂ ਦੇ, ਤਾਂ ਮੈਂ ਹੁਣ ਰੈਗੂਲਰ ਵੀਡੀਓਜ਼ ਜੋ ਹੈ ਅਪਲੋਡ ਕਰ ਰਹੀ ਹਾਂ। ਅਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਜੇ ਟੌਪਿਕ ਵਾਈਜ਼ ਤੁਹਾਨੂੰ ਬੈਸਟ ਲੱਗ ਰਹੀ ਹੈ ਤਾਂ ਮੈਂ ਅੱਗੋਂ ਕੰਟੀਨਿਊ ਕਰਾਂਗੇ। ਓਕੇ, ਹੁਣ ਆਪਾਂ ਸਟਾਰਟ ਕਰਦੇ ਹਾਂ ਅਗਲਾ। ਹਾਂਜੀ, ਜਦੋਂ ਅਸੀਂ ਕਵਿਤਾ ਬਾਰੇ ਕਰ ਰਹੇ ਹੁੰਦੇ ਹਾਂ ਤਾਂ ਕਵਿਤਾ ਨੂੰ ਅਸੀਂ ਜਦੋਂ ਉਸਦਾ ਆਲੋਚਨਾਤਮਕ ਅਧਿਐਨ ਕਰਦੇ ਹਾਂ ਜਾਂ ਕਵਿਤਾ ਦੀ ਸਟੱਡੀ ਕਰਦੇ ਹਾਂ ਤਾਂ ਅਸੀਂ ਉਹਨੂੰ 2 ਪਾਰਟਸ ਵਿੱਚ ਉਹਦੀ ਸਟੱਡੀ ਕਰਦੇ ਹਾਂ। ਇੱਕ ਹੁੰਦਾ ਵਿਸ਼ਾ ਪੱਖ, ਦੂਜਾ ਹੁੰਦਾ ਰੂਪਕ ਪੱਖ। ਮਤਲਬ ਕਿ ਜੇ ਮੈਂ ਤੁਹਾਨੂੰ ਉੱਦਾਂ ਐਗਜ਼ਾਮਪਲ ਦੇਵਾਂ, ਜਿਵੇਂ ਇੱਕ ਸਬਜ਼ੀ ਹੈ, ਠੀਕ ਹੈ, ਹੁਣ ਸਬਜ਼ੀ ਜਦੋਂ ਬਣਦੀ ਹੈ ਤਾਂ ਉਸਦਾ ਸਵਾਦ ਕਿੱਦਾਂ ਦਾ ਆ ਰਿਹਾ, ਉਹ ਟੇਸਟੀ ਬਣੀ ਜਾਂ ਨਹੀਂ ਬਣੀ, ਕਿ ਉਹ ਬੱਕੀ ਹੈ ਜਾਂ ਉਹ 'ਚ ਨਮਕ ਜ਼ਿਆਦਾ ਹੈ, ਨਮਕ ਘੱਟ ਹੈ, ਲੂਣ ਮਿਰਚ ਕਿੱਦਾਂ ਦੀ ਹੈ, ਮਸਾਲੇ ਕਿੱਦਾਂ ਦੇ ਪਏ ਹੈ, ਕਾਫੀ ਜ਼ਿਆਦਾ ਮਸਾਲਿਆਂ ਵਾਲੀ ਹੈ ਜਾਂ ਲਾਈਟ ਮਸਾਲਿਆਂ ਵਾਲੀ ਹੈ। ਠੀਕ ਹੈ, ਇਹ ਇੱਕ ਪੱਖ ਹੋ ਗਿਆ। ਦੂਜਾ, ਸਬਜ਼ੀ ਬਣਾਉਣ ਦੇ ਲਈ ਕੀ ਯੂਜ਼ ਹੋ ਰਿਹਾ, ਤੇਲ ਯੂਜ਼ ਹੋ ਰਿਹਾ ਹੈ, ਸਬਜ਼ੀ ਕੱਚੀ ਯੂਜ਼ ਹੋ ਰਹੀ ਹੈ, ਫਿਰ ਉਹਦਾ ਪ੍ਰੋਸੈਸ ਹੈ, ਉਹਨੂੰ ਬਣਾਇਆ ਜਾ ਰਿਹਾ, ਤੜਕਾ ਲੱਗ ਰਿਹਾ ਹੈ, ਗੈਸ ਬਲ ਰਹੀ ਹੈ। ਓਕੇ, ਹੁਣ ਹਰ ਇੱਕ ਚੀਜ਼ ਨੂੰ ਅਸੀਂ ਦੇਖਣ ਲਈ ਨਾ 2 ਚੀਜ਼ਾਂ ਯੂਜ਼ ਕਰਦੇ ਹਾਂ। ਹੁਣ ਇਹਦੇ ਵਿੱਚ ਜੋ ਅਸੀਂ ਗੱਲ ਕੀਤੀ ਸੀਗੀ ਕਿ ਸਬਜ਼ੀ ਦਾ ਸਵਾਦ, ਉਹ ਹੈ ਵਿਸ਼ਾ। ਦੂਜੀ ਜਿਹੜੀ ਅਸੀਂ ਗੱਲ ਕੀਤੀ ਸੀ ਉਹ ਹੈ ਸਬਜ਼ੀ ਨੂੰ ਬਣਾਉਣ ਦਾ ਤਰੀਕਾ, ਉਹ ਕਿ ਉਸਦਾ ਰੂਪਕ ਪੱਖ। ਹੁਣ ਇਸੇ ਤਰ੍ਹਾਂ ਇੱਕ ਪਰਸਨ ਵੱਲੋਂ ਦੇਖਦੇ ਹਾਂ ਕਿ ਹਾਂ ਇੱਕ ਆਦਮੀ ਹੈ, ਜਿਵੇਂ ਐਗਜ਼ਾਮਪਲ ਲਾ ਦਿਓ ਸਤਵੰਤ ਸਿੰਘ। ਹੁਣ ਸਤਵੰਤ ਸਿੰਘ ਜੀ ਦਾ ਕੀ ਹੈ ਕਿ ਸਤਵੰਤ ਸਿੰਘ ਜੀ ਦਾ ਸੁਭਾਅ ਕਿਸ ਤਰ੍ਹਾਂ ਦਾ, ਉਹ ਹਸਮੁਖ ਨੇ, ਉਹ ਗੁੱਸੇ ਵਾਲੇ ਨੇ, ਉਹ ਭੋਲੇ ਨੇ, ਉਹ ਤੇਜ਼ ਨੇ, ਉਹ ਚਲਾਕ ਹੈ। ਇਹ ਤਾਂ ਹੋ ਗਿਆ ਉਹਨਾਂ ਦਾ ਵਿਸ਼ਾ। ਸਤਵੰਤ ਸਿੰਘ ਦਾ ਬੋਡੀ ਸਟਰਕਚਰ ਕਿੱਦਾਂ ਦਾ ਹੈ, ਉਹਨਾਂ ਦਾ ਰੰਗ ਗੋਰਾ ਹੈ, ਉਹਨਾਂ ਦਾ ਰੰਗ ਸਾਂਵਲਾ ਹੈ, ਉਹਨਾਂ ਦਾ ਰੰਗ ਕਾਲਾ ਹੈ, ਉਹਨਾਂ ਦੀ ਹਾਈਟ ਲੰਬੀ ਹੈ, ਛੋਟੀ ਹੈ, ਮੋਟੇ ਹੈ, ਪਤਲੇ ਹੈ, ਉਹਨਾਂ ਦੀਆਂ ਅੱਖਾਂ ਮੋਟੀਆਂ ਹੈ, ਪਤਲੀਆਂ ਹੈ, ਸਿੰਪਲ ਹੈ, ਬਿੱਲੀਆਂ ਹੈ। ਮਤਲਬ ਕਿ ਉਹ ਉਹਨਾਂ ਦਾ ਬੋਡੀ ਸਟਰਕਚਰ ਜੋ ਆ ਗਿਆ ਉਹ ਹੋ ਗਿਆ ਰੂਪਕ। ਠੀਕ ਹੈ, ਇਸੇ ਤਰ੍ਹਾਂ ਕਵਿਤਾ ਵਿੱਚ ਵੀ 2 ਚੀਜ਼ਾਂ, ਇੱਕ ਵਿਸ਼ਾ ਅਤੇ ਇੱਕ ਰੂਪਕ। ਵਿਸ਼ਾ ਕੀ, ਕਿ ਕਵਿਤਾ ਨੂੰ ਪੜ੍ਹ ਕੇ ਸਾਨੂੰ ਕੀ ਸਮਝ ਆ ਰਹੀ ਹੈ, ਅਸੀਂ ਉਸ ਵਿੱਚੋਂ ਕੀ ਸਿੱਖ ਰਹੇ ਹਾਂ, ਔਰ ਇਹ ਕਵਿਤਾ ਦਾ ਲਿਖਣ ਦਾ ਉਦੇਸ਼ ਕੀ ਹੈ, ਕਵਿਤਾ ਕਿਸ ਉੱਤੇ ਲਿਖੀ ਜਾ ਰਹੀ ਹੈ, ਕਵਿਤਾ ਲਿਖਣ ਦੇ ਨਾਲ ਸਮਾਜ ਨੂੰ ਕੀ ਸੇਧ ਮਿਲ ਰਹੀ। ਦੂਜਾ, ਕਵਿਤਾ ਲਿਖਣ ਦਾ ਸਟਾਈਲ ਕੀ ਹੈ, ਕਵਿਤਾ ਵਿੱਚ ਛੰਦ ਕਿਸ ਤਰ੍ਹਾਂ ਦੇ ਹੈ, ਅਲੰਕਾਰ ਕਿਸ ਤਰ੍ਹਾਂ ਦੇ ਹੈ, ਤੁਕਾਂਤ ਮੇਲ ਕਿਸ ਤਰ੍ਹਾਂ ਦਾ ਹੈ, ਵਰਨਾਂ ਦੀ ਗਿਣਤੀ ਕਿਵੇਂ ਕੀਤੀ ਜਾ ਰਹੀ ਹੈ, ਸ਼ਬਦਾਂ ਦੀ ਵਰਤੋਂ ਕਿੱਦਾਂ ਦੀ ਕੀਤੀ ਜਾ ਰਹੀ ਹੈ। ਠੀਕ ਹੈ, ਉਹ ਜਿਹੜਾ ਹੈ ਕਵਿਤਾ ਦਾ ਰੂਪਕ ਪੱਖ ਹੈ। ਅਸੀਂ ਇੱਕ ਨਾ ਸ਼ੁਰੂ ਤੋਂ ਜਿਵੇਂ ਕਰਦੇ ਹਾਂ, ਸਾਹਿਤ ਕਰਦੇ ਹਾਂ, ਮੈਂ ਬੱਚਿਆਂ ਨੂੰ ਸਮਝਾਉਣ ਲਈ ਜੋ ਸਾਹਿਤ ਦਾ ਇੱਕ ਅਰਥ ਬਣਾਇਆ ਕਿ ਸਾਹਿਤ 2 ਸ਼ਬਦਾਂ ਤੋਂ ਬਣਦਾ ਹੈ, ਸਾ ਜਮਾ ਹਿਤ। ਸਾ ਨੂੰ ਤੁਸੀਂ ਜੋੜ ਲੈਣਾ ਹੈ ਸਮਾਜ ਦੇ ਨਾਲ, ਹਿਤ ਨੂੰ ਤੁਸੀਂ ਜੋੜ ਲੈਣਾ ਹੈ ਕਿ ਉਹ ਤੁਹਾਡੇ ਕਿੰਨੇ ਕੁ ਫੇਵਰ ਦੇ ਲਈ ਹੈ, ਮਤਲਬ ਕਿ ਸਮਾਜ ਦੇ ਕਿਸ ਹਿੱਤ ਲਈ ਹੈ, ਸਮਾਜ ਨੂੰ ਕੀ ਸੇਧ ਦੇ ਰਿਹਾ। ਗਾਣੇ ਨੇ ਜੋ ਅਸੀਂ ਸੁਣਦੇ ਹਾਂ ਉਹ ਵੀ ਕਵਿਤਾ ਨੇ,
ਪਰ ਉਹਨਾਂ ਨੂੰ ਸਾਹਿਤਿਕ ਕਵਿਤਾ ਨਹੀਂ ਕਿਹਾ ਜਾਂਦਾ। ਕੁਛ ਗਾਣੇ ਸਾਹਿਤਿਕ ਕਵਿਤਾ ਹੈ, ਉਹਨਾਂ ਦੀ ਤੁਕਬੰਦੀ ਹੋ ਰਹੀ ਹੈ, ਲੈਅ ਬਣ ਰਹੀ ਹੈ, ਅਸੀਂ ਗਾਣਾ ਸੁਣਦੇ ਹਾਂ, ਸੁਣ ਕੇ ਸਾਡੇ ਪੈਰ ਥਿਰਕਦੇ ਨੇ, ਠੀਕ ਹੈ, ਅਸੀਂ ਨੱਚਦੇ ਹਾਂ, ਬਟ ਉਹਨਾਂ ਦੀ ਏਜ ਬਹੁਤ ਘੱਟ ਹੈ, ਉਹ ਥੋੜ੍ਹੇ ਟਾਈਮ ਲਈ ਹੈ। ਉਸ ਤੋਂ ਬਾਅਦ ਕੀ ਹੈ, ਜਿਹੜੇ ਸੌਂਗਸ ਹੈ ਖ਼ਤਮ ਹੋ ਜਾਂਦੇ ਆ। ਕੁਛ ਸੌਂਗ ਜਿਹੜੇ ਹੈ ਕਿ ਜਿਹੜੇ ਹਮੇਸ਼ਾ ਲਈ ਰਹਿੰਦੇ ਹੈ, ਫੋਰ ਐਵਰ ਰਹਿੰਦੇ ਹੈ, ਠੀਕ ਹੈ, ਉਹ ਸੌਂਗ ਐਕਚੁਅਲ ਕਵਿਤਾ ਹੈ। ਜ਼ਰੂਰੀ ਨਹੀਂ ਹੈ ਕਿ ਕਵਿਤਾ 'ਤੇ ਤੁਕਾਂਤ ਮੇਲ ਹੋ ਗਿਆ ਅਤੇ ਉਹ ਕਵਿਤਾ ਹੈ, ਅਤੇ ਉਹ ਸੌਂਗ ਬਣ ਗਿਆ, ਉਹ ਕਵਿਤਾ ਹੈ। ਸਮਾਜ ਨੂੰ ਕੀ ਸੇਧ ਮਿਲ ਰਹੀ ਹੈ, ਅਸਲੀ ਕਵਿਤਾ ਉਹ ਹੈ। ਅਸਲੀ ਸਾਹਿਤਕਾਰ ਕੌਣ ਹੈ, ਜੋ ਸੁਸਾਇਟੀ ਵਿੱਚ ਕੁਛ ਚੇਂਜ ਲਿਆ ਰਿਹਾ, ਕੁਛ ਬਦਲਾਵ ਕਰ ਰਿਹਾ। ਜੇ ਅਸੀਂ ਆਪਣੇ ਪਿੱਛੇ ਚਲੇ ਜਾਈਏ, ਮੈਂ ਤੁਹਾਡੇ ਨਾਲ ਥੋੜ੍ਹੀ ਏਜ ਤੋਂ ਵੱਡੀ ਹੋਵਾਂਗੀ, ਜਿਹੜੇ ਤਾਂ 22-23 ਸਾਲ ਦੇ ਹੋਣਗੇ ਉਹਨਾਂ ਨਾਲ ਮੇਰਾ ਥੋੜ੍ਹਾ ਡਿਫਰੈਂਸ ਹੋਏਗਾ, ਜਿਹੜੇ 30-32 ਸਾਲ ਦੇ ਹੋਣਗੇ ਸੇਮ ਅਸੀਂ ਆ ਜਾਵਾਂਗੇ। ਜਿਹੜੇ 30-32 ਸਾਲ ਦੀ ਏਜ ਵਾਲੇ ਆ ਉਹ ਦੇਖਣਗੇ, ਅਸੀਂ ਛੋਟੇ ਹੁੰਦੇ ਮੂਵੀਜ਼ ਦੇਖਦੇ ਹੁੰਦੇ ਸੀ, ਘਰ ਸੰਸਾਰ ਬੜੀ ਫੇਵਰੇਟ ਮੂਵੀ ਹੁੰਦੀ ਸੀ। ਜਦੋਂ ਘਰ ਸੰਸਾਰ ਲੱਗਣੀ ਬੈਠ ਜਾਣਾ ਸੀ, ਅਨੁਪਮ ਖੇਰ ਜੀ ਦੀ ਮੂਵੀ ਸੀ, ਠੀਕ ਹੈ। ਹੋਰ ਇੱਦਾਂ ਦੀਆਂ ਅਨੁਪਮ ਖੇਰ ਜੀ ਦੀਆਂ, ਰਾਜੇਸ਼ ਖੰਨਾ ਜੀ ਦੀਆਂ ਮੂਵੀਜ਼ ਫੈਮਲੀਜ਼ ਵਾਲੀਆਂ, ਸ਼ਬਾਨਾ ਆਜ਼ਮੀ ਦੀਆਂ, ਮੈਨੂੰ ਨਾਮ ਨਹੀਂ ਉਹਨਾਂ ਦੇ ਯਾਦ ਆ ਰਹੇ, ਅਸੀਂ ਬਹੁਤ ਦੇਖਦੇ ਹੁੰਦੇ ਸੀ। ਕਿਸੇ ਵਿੱਚ ਨੂੰਹ ਪੁੱਤਰ ਨੂੰ ਕੱਢ ਦਿੱਤਾ ਜਾਂਦਾ ਹੈ, ਨੂੰਹ ਨਾਲ ਮਾੜਾ ਕੀਤਾ ਜਾਂਦਾ ਹੈ, ਕਿਸੇ ਵਿੱਚ ਕੀ ਹੈ ਸੱਸ ਸਹੁਰੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ, ਠੀਕ ਹੈ, ਕਿਸੇ ਵਿੱਚ ਬਟਵਾਰਾ ਹੋ ਰਿਹਾ। ਉਹਨਾਂ ਵਿੱਚ ਨਾ ਅਸੀਂ ਜਦੋਂ ਉਸ ਟਾਈਮ 'ਤੇ ਨਿਊਜ਼ਪੇਪਰ ਵੀ ਪੜ੍ਹਦੇ ਸੀ, ਜ਼ਿਆਦਾਤਰ ਨਿਊਜ਼ ਕੀ ਹੁੰਦੀਆਂ ਸੀ, ਮੈਨੂੰ ਯਾਦ ਹੈ ਮੈਂ 7th-8th ਵਿੱਚ ਹੋਵਾਂਗੀ, ਬਹੁਤ ਜ਼ਿਆਦਾ ਟਰੈਂਡ ਚੱਲ ਪਿਆ ਸੀਗਾ ਕਿ ਦਾਜ ਕਰਕੇ ਕੁੜੀਆਂ ਨੂੰ ਮਾਰ ਦੇਣਾ। ਸਿਲੰਡਰ ਫਟ ਗਿਆ, ਕੁੜੀ ਮਰ ਗਈ, ਇਹ ਹੋ ਗਿਆ, ਕੁੜੀ ਦੀ ਡੈਥ ਹੋ ਗਈ, ਇਹ ਹੋ ਗਿਆ, ਕੁੜੀ ਨੂੰ ਘਰੋਂ ਕੱਢ ਦਿੱਤਾ, ਜਾਂ ਕੁੜੀਆਂ ਨੂੰ ਪੜ੍ਹਾਉਣਾ ਨਹੀਂ। ਬੜੀ ਸਟ੍ਰਿਕਨੈਸ ਹੁੰਦੀ ਸੀ, ਜਿਹੜੇ 90s ਦਾ ਜਿਹੜਾ ਟਾਈਮ ਸੀ ਉਹ 'ਚ ਕਾਫੀ ਸਟ੍ਰਿਕਨੈਸ ਹੁੰਦੀ ਸੀ। ਹੁਣ ਕੀ ਹੈ ਕਿ ਉਹ ਚੇਂਜਿਸ ਕਿੱਦਾਂ ਆਈਆਂ, ਉਹ ਚੇਂਜਿਸ ਇਸ ਤਰ੍ਹਾਂ ਆਈਆਂ ਕਿ ਸਾਡਾ ਜਿਹੜਾ ਸਾਹਿਤ ਹੈ, ਸਾਹਿਤ ਨੇ ਉਹਦੇ ਐਂਟੀ ਬੋਲਣਾ ਸ਼ੁਰੂ ਕੀਤਾ। ਸਾਹਿਤ ਨੇ ਇਹੋ ਜਿਹਾ ਲਿਟਰੇਚਰ ਜਿਹੜਾ ਇਹ ਬਣਨਾ ਸ਼ੁਰੂ ਹੋਇਆ ਜਿਹਦੇ ਵਿੱਚ ਇਹਨਾਂ ਗੱਲਾਂ ਨੂੰ ਗਲਤ ਦਿਖਾ ਕੇ ਸਾਹਮਣੇ ਵਾਲੇ ਬੰਦੇ ਨੂੰ, ਸਮਾਜ ਦੇ ਲੋਕਾਂ ਨੂੰ ਰਿਅਲਾਈਜ਼ ਕਰਵਾਉਣਾ ਸ਼ੁਰੂ ਕਰ ਦਿੱਤਾ ਕਿ ਨਹੀਂ, ਜੋ ਅਸੀਂ ਕਰ ਰਹੇ ਹਾਂ ਗਲਤ ਕਰ ਰਹੇ ਹਾਂ। ਜੇ ਅੱਜ ਕਿਸੇ ਦੀ ਕੁੜੀ ਨਾਲ ਅਸੀਂ ਗਲਤ ਕਰ ਰਹੇ ਹਾਂ ਤਾਂ ਸਾਡੀ ਕੁੜੀ ਨਾਲ ਵੀ ਗਲਤ ਹੋਏਗਾ। ਔਰ ਹੁਣ ਮੈਨੂੰ ਜਿੱਥੋਂ ਤੱਕ ਲੱਗਦਾ 99% ਜਿਹੜਾ ਦਾਜ ਦੇ ਕੇਸਿਸ ਹੈ ਖ਼ਤਮ ਹੋ ਗਿਆ। ਪਹਿਲੇ ਲਿਟਰੇਚਰ ਜਿਹੜਾ ਹੈ ਉਹ ਬਹੁਤ ਲੈਵਲ 'ਤੇ ਆ ਕੇ ਇੰਪਰੂਵਮੈਂਟ ਕਰਦਾ, ਬਹੁਤ ਲੈਵਲ 'ਤੇ ਆ ਕੇ ਚੇਂਜਿਸ ਲਿਆਉਂਦਾ, ਕਿਉਂਕਿ ਉਹ ਲੋਕਾਂ ਦੇ ਦਿਲ ਵਿੱਚ ਜਾ ਕੇ ਬੋਲਦਾ ਹੈ, ਉਹ ਲੋਕਾਂ ਨੂੰ ਰਿਅਲਾਈਜ਼ ਕਰਵਾਉਂਦਾ ਹੈ ਕਿ ਤੁਸੀਂ ਕਿੱਥੇ ਗਲਤ ਹੋ ਅਤੇ ਕਿੱਥੇ ਸਹੀ ਹੋ। ਇਹ ਸਾਹਿਤ ਹੈ। ਇਸ ਕਰਕੇ ਸਾਹਿਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਸਾਹਿਤ ਦੀ ਰਚਨਾ ਕਰ ਰਹੇ ਹੋ, ਤੁਹਾਡੇ ਕਲਮ ਵਿੱਚ ਇੰਨੀ ਕੁ ਸ਼ਕਤੀ ਹੋਣੀ ਚਾਹੀਦੀ ਹੈ ਕਿ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਉਹ ਸੋਚਣ ਲਈ ਮਜਬੂਰ ਹੋ ਜਾਏ ਅਤੇ ਉਹ ਆਪਣੇ ਆਪ 'ਤੇ ਬਦਲਾਵ ਲਿਆਵੇ, ਠੀਕ ਹੈ। ਹੁਣ ਅੱਜ ਕੱਲ੍ਹ ਸੌਂਗਸ ਆਉਂਦੇ ਹੈ, ਉਹ ਲਿਟਰੇਚਰ ਨਹੀਂ ਹੈ, ਉਹ ਕਿਸੇ ਸੌਂਗਸ ਦੀ ABC ਨਹੀਂ ਹੈ। ਬਹੁਤ ਸਾਰੀਆਂ ਮੂਵੀਜ਼ ਹੈ ਜਿਨ੍ਹਾਂ ਦੇ ਬਹੁਤ ਅੱਛੇ ਮੀਨਿੰਗਸ ਨਿਕਲਦੇ ਹੈ, ਬਾਕੀ ਚਾਹੇ ਜੋ ਮਰਜ਼ੀ ਹੋਵੇ, ਪਰ ਐਟ ਦੀ ਲਾਸਟ ਬਹੁਤ ਅੱਛਾ ਮੀਨਿੰਗ ਨਿਕਲਦਾ ਹੈ। ਪਰ ਹੈ ਕਿ ਮੇਰੇ ਇੱਕ ਮੂਵੀਜ਼ ਜਦੋਂ ਸਾਡੇ ਟਾਈਮ 'ਤੇ ਆ ਰਹੀਆਂ ਸੀ, ਦਿਲ ਤੋਂ ਪਾਗਲ ਹੈ, ਕੁਛ ਹੋਤਾ ਹੈ, ਉਹ ਮੂਵੀਜ਼ ਦਾ ਕੋਈ ਮੀਨਿੰਗ ਹੈ ਹੀ ਨਹੀਂ ਹੈ। ਆਈ ਥਿੰਕ ਸੋ ਉਹ ਮੂਵੀਜ਼ ਨੇ ਆ ਕੇ ਅੱਗੋਂ ਦੀ ਹੋਰ ਜਿਹੜਾ ਸਾਡਾ ਕਲਚਰ ਹੈ ਉਹਨੂੰ ਖਰਾਬ ਕਰਨਾ ਸ਼ੁਰੂ ਕਰਤਾ। ਉਹਦਾ ਕੀ ਇਫੈਕਟ ਪੈਣਾ ਸ਼ੁਰੂ ਹੋ ਗਿਆ ਕਿ ਸਕੂਲਸ ਵਿੱਚ ਹੀ ਕੁੜੀਆਂ ਮੁੰਡਿਆਂ ਨੇ ਮਤਲਬ ਕਿ ਆਪਣੀ ਸਟੱਡੀ ਲਈ ਆਪਣਾ ਆਪ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੱਤਾ, ਗਲਤ ਰਸਤੇ ਤੁਰ ਪਏ, ਕੋਈ ਨਸ਼ੇ ਵੱਲ ਤੁਰ ਪਿਆ, ਕੋਈ ਆਸ਼ਕੀ ਵੱਲ ਤੁਰ ਪਿਆ। ਬਾਕੀ ਇਹ ਨਹੀਂ ਕਿ ਤੁਸੀਂ ਆਪਣੀ ਚੋਇਸ ਦੇ ਨਾਲ ਮੈਰਿਜ ਨਾ ਕਰਾਓ, ਬਟ ਇੱਕ ਟਾਈਮ 'ਤੇ ਆ ਕੇ ਮੈਂ ਆਪਣੇ ਟਾਈਮ 'ਤੇ ਬਹੁਤ ਇਹੋ ਜਿਹੇ ਬੱਚੇ ਦੇਖੇ ਜਿਹੜੇ 16 ਸਾਲ ਦੀ ਉਮਰ 'ਚ ਖੜ੍ਹੇ ਹੋ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾਉਣੀ। ਯਾਰ ਤੁਹਾਨੂੰ ਮੈਰਿਜ ਦਾ ਮੀਨਿੰਗ ਹੀ ਨਹੀਂ ਪਤਾ। ਇਹ ਕਿਸ ਦੀ ਦੇਣ ਹੈ? ਇੱਕ ਜਿਹੜਾ ਗਲਤ ਲਿਟਰੇਚਰ ਆ ਰਿਹਾ ਉਹ ਐਂਟਰਟੇਨ ਹੈ, ਠੀਕ ਹੈ, ਐਂਟਰਟੇਨਮੈਂਟ ਵਿੱਚ ਕੁਛ ਵੀ ਹੋ ਸਕਦਾ ਹੈ, ਬਟ ਕੀ ਹੋ ਗਿਆ ਕਿ ਬਿਲਕੁਲ ਹੀ ਉਹ ਐਂਟਰਟੇਨਮੈਂਟ ਇਸੇ ਸਾਈਡ ਵਿੱਚ ਹੀ ਆ ਗਿਆ, ਦੂਜੀ ਸਾਈਡ ਦੀਆਂ ਮੂਵੀਜ਼ ਜਿਹੜੀਆਂ ਨਿਕਲਣੀਆਂ ਬੰਦ ਹੋ ਗਿਆ। ਮਤਲਬ ਕਿ ਦੋਨੋਂ ਪੈਰਲਰ ਚੱਲਣੇ ਚਾਹੀਦੇ ਸੀ ਕਿ ਐਂਟਰਟੇਨਮੈਂਟ ਵੀ ਹੋਵੇ, ਪਰ ਇੱਕ ਜਿਹੜੀਆਂ ਐਜੂਕੇਸ਼ਨਲਸ ਮੂਵੀ ਹੈ, ਜਿਹੜੀਆਂ ਸਹੀ ਰਸਤੇ 'ਤੇ ਜਾਣ ਵਾਲੀਆਂ ਮੂਵੀਜ਼ ਹੈ, ਉਹ ਵੀ ਆਉਣੀਆਂ ਚਾਹੀਦੀਆਂ। ਹੁਣ ਕੀ ਹੈ, ਮੂਵੀਜ਼ ਦਾ ਜਿਹੜਾ ਉਹ ਬਿਲਕੁਲ ਹੀ ਚੇਂਜ ਹੋ ਗਿਆ। PK ਮੂਵੀ ਦੇਖੋ, 3 Idiots ਮੇਰੀ ਫੇਵਰੇਟ ਮੂਵੀ ਹੈ, ਉਹ ਦੇਖੋ, ਬਿਲਕੁਲ ਹੀ ਕਨਸੈਪਟ ਚੇਂਜ ਹੈ, ਮੀਨਿੰਗ ਚੇਂਜ ਹੈ। ਔਰ ਬਹੁਤ ਅੱਛੀਆਂ ਮੂਵੀਜ਼ ਹੈ, ਹਿਸਟਰੀਜ਼ ਦੇ ਨਾਲ ਰਿਲੇਟਡ ਮੂਵੀਜ਼ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਕਨਸੈਪਟ ਫਿਰ ਚੇਂਜ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਹੁਣ ਲੋਕਾਂ ਨੇ ਉਹ ਮੂਵੀਜ਼ ਦੇਖਣੀਆਂ ਬੰਦ ਕਰਤੀਆਂ, ਉਹਨਾਂ ਦਾ ਟੇਸਟ ਖਤਮ ਹੋ ਗਿਆ।
ਹੁਣ ਤੁਸੀਂ ਕਹੋਗੇ ਕਿ ਮੈਂ ਮੂਵੀਜ਼ ਦੀ ਗੱਲ ਕਰ ਰਹੀ ਹਾਂ। ਮੂਵੀਜ਼ ਦੀ ਗੱਲ ਇਸ ਕਰਕੇ ਕਰ ਰਹੀ ਹਾਂ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੇ ਨਾਵਲ, ਨਾਟਕ, ਕਹਾਣੀ ਪੜ੍ਹਨਾ ਬੰਦ ਕਰ ਦਿੱਤਾ ਹੈ। ਪਹਿਲੇ ਟਾਈਮ 'ਤੇ ਕੀ ਹੁੰਦਾ ਸੀ, ਨਾਵਲ ਖਰੀਦਣ ਲਈ ਰਸ਼ ਪਿਆ ਹੁੰਦਾ ਸੀ। ਅੱਜ ਕੱਲ੍ਹ ਬੰਦ ਹੋ ਗਿਆ। ਸਾਡੇ ਘਰ ਦੇ ਵੀ ਸਾਨੂੰ ਨਾਵਲ ਲਿਆ ਕੇ ਦਿੰਦੇ ਸੀ, ਸਟੋਰੀ ਬੁੱਕਸ ਲਿਆ ਕੇ ਦਿੰਦੇ ਸੀ, ਅਸੀਂ ਪੜ੍ਹਦੇ ਸੀ। ਅੱਜ ਕੱਲ੍ਹ ਬੱਚੇ ਕੀ ਦੇਖਦੇ ਨੇ, ਸੀਰੀਅਲ ਦੇਖਦੇ ਨੇ, ਮੂਵੀ ਦੇਖ ਰਹੇ। ਇਸ ਲਈ ਉਹਨਾਂ ਨੂੰ ਕੋਈ ਉੱਦਾਂ ਦੀ ਚੀਜ਼ ਜਿਹੜੀ ਅੱਛੀ ਵਾਲੀ ਨਹੀਂ ਮਿਲਦੀ। ਚਲੋ ਹੁਣ ਅਸੀਂ ਸਾਹਿਤ ਦਾ ਅਸੀਂ ਮੀਨਿੰਗ ਕਰ ਰਹੇ ਸੀ। ਫਸਟ ਆਫ ਆਲ ਸਾਹਿਤ ਦਾ ਇਹ ਕਨਸੈਪਟ ਤੁਹਾਡੇ ਮਾਈਂਡ ਵਿੱਚ ਹੋਣਾ ਚਾਹੀਦਾ ਹੈ। ਜੇ ਤੁਸੀਂ ਵੀ ਸਾਹਿਤ ਦੀ ਰਚਨਾ ਕਰ ਰਹੇ ਹੋ ਤਾਂ ਤੁਹਾਡਾ ਮਾਈਂਡ 100% ਕਲੀਅਰ ਹੋਣਾ ਚਾਹੀਦਾ ਹੈ ਕਿ ਮੇਰੀ ਜਿਹੜੀ ਰਚਨਾ ਹੈ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਸੁਸਾਇਟੀ ਨੂੰ ਇੱਕ ਉਦੇਸ਼ ਮਿਲੇ, ਇੱਕ ਨਵੀਂ ਚੀਜ਼ ਮਿਲੇ, ਇੱਕ ਆਦਰਸ਼ ਮਿਲੇ। ਠੀਕ ਹੈ। ਹੁਣ ਕਵਿਤਾ ਵਿੱਚ ਜਦੋਂ ਅਸੀਂ ਰੂਪਕ ਅਤੇ ਵਿਸ਼ਾ ਪੱਖ ਕਰ ਰਹੇ ਹਾਂ ਤਾਂ ਰੂਪਕ ਵਿੱਚ ਇੱਕ ਆਉਂਦਾ ਹੈ ਪਿੰਗਲ। ਪਿੰਗਲ ਕੀ ਹੈ? ਕਵਿਤਾ ਲਿਖਣ ਦੇ ਲੱਛਣ, ਮਤਲਬ ਕਿ ਕਵਿਤਾ ਨੂੰ ਕਿਸ ਤਰੀਕੇ ਨਾਲ ਲਿਖਿਆ ਜਾ ਰਿਹਾ ਹੈ, ਕਵਿਤਾ ਵਿੱਚ ਕੀ ਕੀ ਯੂਜ਼ ਹੋ ਰਿਹਾ। ਠੀਕ ਹੈ। ਉਹ ਸਾਰਾ ਕੁਛ ਜਿਹੜਾ ਕਨਸੈਪਟ ਹੈ ਉਹ ਕਿਹਦੇ ਵਿੱਚ ਆ ਜਾਂਦਾ? ਪਿੰਗਲ ਵਿੱਚ ਆ ਜਾਂਦਾ। ਅਸੀਂ ਅਲੰਕਾਰ ਸੁਣੇ ਹੈ, ਰਸ ਸੁਣੇ ਹੈ, ਛੰਦ ਸੁਣੇ ਹੈ, ਇਹ ਸਭ ਕੁਛ ਕਿਸ ਦਾ ਹਿੱਸਾ ਆ ਜਾਂਦੇ ਨੇ? ਪਿੰਗਲ ਦਾ ਆ ਜਾਂਦੇ। ਹੁਣ ਉਸ ਤੋਂ ਬਾਅਦ ਆਉਂਦਾ ਹੈ ਅਲੰਕਾਰ। ਅਲੰਕਾਰ ਦਾ ਜਿਹੜਾ ਸ਼ਾਬਦਿਕ ਅਰਥ ਹੈ ਉਹ ਹੈ ਗਹਿਣਾ, ਜੁਐਲਰੀ ਜਿਹੜੀ ਅਸੀਂ ਪਾਉਂਦੇ ਹਾਂ। ਮੁੰਡੇ ਵੀ ਪਾਉਂਦੇ ਆ ਚੇਨ, ਕੜਾ, ਰਿੰਗ, ਕੁੜੀਆਂ ਵੀ ਪਾਉਂਦੀਆਂ। ਹਰ ਕਿਸੇ ਨੂੰ ਜੁਐਲਰੀ ਦਾ ਸ਼ੌਂਕ ਹੈ। ਹੁਣ ਉਹ ਜਿਹੜਾ ਗਹਿਣਾ ਅਸੀਂ ਕਿਉਂ ਪਾਉਂਦੇ ਹਾਂ? ਆਪਣੇ ਆਪ ਨੂੰ ਸਜਾਉਣ ਲਈ, ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਲਈ। ਇਸੇ ਤਰ੍ਹਾਂ ਕਵਿਤਾ ਵੀ ਗਹਿਣਾ ਪਾਉਂਦੀ ਹੈ। ਉਹ ਗਹਿਣਾ ਕਾਹਦਾ ਪਾਉਂਦੀ ਹੈ? ਅਲੰਕਾਰ ਦਾ। ਉਹਦੇ ਨਾਲ ਕੀ ਹੈ? ਕਵਿਤਾ ਵਿੱਚ ਖੂਬਸੂਰਤੀ ਆਉਂਦੀ ਹੈ। ਹੁਣ ਜਦੋਂ ਅਲੰਕਾਰ ਯੂਜ਼ ਕਰ ਰਹੀ ਹੈ, ਉਹ ਕਵਿਤਾ ਦੀ ਜਿਹੜੀ ਖੂਬਸੂਰਤੀ ਹੈ ਉਹ ਦੋ ਚੀਜ਼ਾਂ ਵਿੱਚ ਬਣਦੀ ਹੈ। ਕਿਹਦੇ ਵਿੱਚ ਬਣਦੀ ਹੈ? ਇੱਕ ਬਣਦੀ ਹੈ ਸ਼ਬਦ ਵਿੱਚ, ਦੂਜੀ ਬਣਦੀ ਹੈ ਅਰਥ ਵਿੱਚ। ਕਿ ਉਸ ਵਿੱਚ ਜਿਹੜੇ ਅਰਥ ਨੇ ਉਹ ਇੰਨੇ ਖੂਬਸੂਰਤ ਆ ਰਹੇ ਨੇ, ਦੂਜੇ ਕੀ ਸ਼ਬਦ ਹੈ ਉਹ ਇੰਨੇ ਖੂਬਸੂਰਤ ਆ ਰਹੇ। ਠੀਕ ਹੈ। ਹੁਣ ਜਿਹੜੀ ਅਲੰਕਾਰ ਦੀ ਵਰਤੋਂ ਕਰਕੇ ਅਸੀਂ ਕਵਿਤਾ ਵਿੱਚ ਖੂਬਸੂਰਤੀ ਲਿਆ ਰਹੇ ਹਾਂ, ਉਹ ਕਿਸ ਲੈਵਲ 'ਤੇ ਲਿਆ ਰਹੇ ਹਾਂ? ਇੱਕ ਸ਼ਬਦ ਅਲੰਕਾਰ ਵਿੱਚ, ਦੂਜੀ ਅਰਥ ਅਲੰਕਾਰ ਵਿੱਚ। ਸ਼ਬਦ ਅਲੰਕਾਰ ਕੀ ਹੈ? ਮੈਂ ਬਹੁਤ ਈਜ਼ੀ ਕਰਕੇ ਡੈਫੀਨੇਸ਼ਨਸ ਲਿਖੀਆਂ ਕਿ ਜੇ ਮੇਰੇ ਸਮਝਾਉਣ 'ਤੇ ਵੀ ਕਈ ਵਾਰ ਕੀ ਹੁੰਦਾ ਹੈ, ਜ਼ਰੂਰੀ ਨਹੀਂ ਹੈ ਕਿ ਮੈਂ ਬਹੁਤ ਵਧੀਆ ਸਮਝਾਉਂਦੀ ਹਾਂ। ਹਰ ਇੱਕ ਪਰਸਨ ਦਾ ਆਪਣਾ ਵੇ ਆਫ ਸਟੱਡੀ ਹੁੰਦਾ, ਵੇ ਆਫ ਟੀਚਿੰਗ ਹੁੰਦਾ। ਕਿਸੇ ਨੂੰ ਕਿਸੇ ਤਰੀਕੇ ਦਾ ਸਮਝ ਆਉਂਦਾ, ਕਿਸੇ ਨੂੰ ਕਿਸੇ ਤਰੀਕੇ ਨਾਲ ਸਮਝ ਆਉਂਦਾ। ਠੀਕ ਹੈ। ਜਦੋਂ ਕਿਸੇ ਸ਼ਬਦ ਰਾਹੀਂ ਕਿਸੇ ਰਚਨਾ ਵਿੱਚ ਚਮਤਕਾਰ ਪੈਦਾ ਹੋਵੇ ਤਾਂ ਉੱਥੇ ਸ਼ਬਦ ਅਲੰਕਾਰ ਹੁੰਦਾ। ਹੁਣ ਉਹ ਚਮਤਕਾਰ ਕੀ ਹੈ? ਚਮਤਕਾਰ ਖੂਬਸੂਰਤੀ ਹੈ। ਜਦੋਂ ਅਸੀਂ ਕਵਿਤਾ ਵਿੱਚ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਕਿ ਜਿਸ ਨਾਲ ਉਹ ਕਵਿਤਾ ਦੀ ਖੂਬਸੂਰਤੀ ਵੱਧ ਜਾਂਦੀ ਹੈ, ਉਸ ਵਿੱਚ ਚਮਤਕਾਰ ਪੈਦਾ ਹੁੰਦਾ ਹੈ, ਤਾਂ ਉਸਨੂੰ ਸ਼ਬਦ ਅਲੰਕਾਰ ਕਹਿੰਦੇ ਹਨ। ਹੁਣ ਸ਼ਬਦ ਅਲੰਕਾਰ ਕਹਿੰਦੇ ਹਨ। ਹੁਣ ਇਹਦੇ ਲਈ ਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਖਰੀ ਕੇ ਖੋਟੀ ਸਾਈਂ ਮੇਰਿਆ। ਹੁਣ ਇਹਦੇ 'ਚ ਸ਼ਬਦ ਦੇਖੋ, ਖਰੀ ਕੇ ਖੋਟੀ, ਦੋਨੋਂ ਖ ਤੋਂ ਸ਼ੁਰੂ ਹੋ ਰਹੇ ਨੇ, ਬਹੁਤ ਖੂਬਸੂਰਤੀ ਨਾਲ ਆ ਰਹੇ ਨੇ। ਹੁਣ ਇਹ ਸ਼ਬਦ ਜਿਹੜੇ ਨੇ ਸ਼ਬਦ ਅਲੰਕਾਰ ਆ ਜਾਂਦੇ ਆ। ਹੁਣ ਗੁਰਬਾਣੀ ਵਿੱਚ ਲਿਖਿਆ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਹੁਣ ਦਰਸ਼ਨ ਪਰਸਨ ਸਰਸਨ ਹਰਸਨ, ਇਹ ਸ਼ਬਦ ਜਿਹੜੇ ਨੇ, ਸ਼ਬਦਾਂ ਦੀ ਜੋ ਤਰਤੀਬ ਲਿੱਤੀ ਗਈ ਹੈ, ਸ਼ਬਦਾਂ ਦੀ ਜੋ ਬਣਾਵਟ ਹੈ, ਸ਼ਬਦਾਂ ਨੂੰ ਜੋ ਇੱਕ ਸੀਕੁਐਂਸ ਵਿੱਚ ਦਿੱਤਾ ਗਿਆ, ਕਿੰਨਾ ਖੂਬਸੂਰਤੀ ਨਾਲ ਦਿੱਤਾ ਗਿਆ ਕਿ ਉਹ ਬੋਲਣ ਵਿੱਚ ਵੀ ਬਹੁਤ ਸੋਹਣਾ ਲੱਗ ਰਿਹਾ। ਜੇ ਗੁਰਬਾਣੀ ਅਸੀਂ ਦੇਖੀਏ, ਗੁਰਬਾਣੀ ਵਿੱਚ ਸਾਨੂੰ ਬਹੁਤ ਸਾਰੇ ਜਿਹੜੇ ਹੈ ਅਲੰਕਾਰ ਮਿਲ ਜਾਂਦੇ ਆ। ਠੀਕ ਹੈ। ਇਹ ਕੀ ਆ ਜਾਂਦੇ ਆ? ਸ਼ਬਦ ਅਲੰਕਾਰ, ਜਿਸ ਵਿੱਚ ਸ਼ਬਦਾਂ ਦੀ ਖੂਬਸੂਰਤੀ ਪੈਦਾ ਹੁੰਦੀ ਹੈ। ਮੈਂ ਤੁਹਾਨੂੰ ਇੱਕ ਦੱਸਦੀ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਸੀ। ਜੇ ਤੁਸੀਂ ਦਸਮ ਗ੍ਰੰਥ ਜੀ ਦੀ ਬਾਣੀ ਨੂੰ ਦੇਖੋਗੇ ਨਾ, ਉਸ ਬਾਣੀ ਵਿੱਚ ਪਿੰਗਲ ਦੇ ਸਾਰੇ ਤੱਤ ਤੁਹਾਨੂੰ ਮਿਲ ਜਾਣਗੇ। ਹਰ ਇੱਕ ਸ਼ਬਦ ਵਿੱਚ ਕੋਈ ਨਾ ਕੋਈ ਅਲੰਕਾਰ ਹੋਏਗਾ, ਕੋਈ ਨਾ ਕੋਈ ਛੰਦ ਜ਼ਰੂਰ ਹੋਏਗਾ। ਬਾਕੀ ਸਾਹਿਤਿਕ ਦ੍ਰਿਸ਼ਟੀ ਤੋਂ ਦਸਮ ਗ੍ਰੰਥ ਜੀ ਦੀ ਜਿਹੜੀ ਬਾਣੀ ਹੈ ਸਭ ਤੋਂ ਵਧੀਆ ਹੈ ਔਰ ਸਭ ਤੋਂ ਬੈਸਟ ਹੈ। ਜੇ ਅਸੀਂ ਸਾਹਿਤਿਕ ਦ੍ਰਿਸ਼ਟੀ ਤੋਂ ਦੇਖੀਏ, ਠੀਕ ਹੈ, ਤਾਂ ਬਹੁਤ ਵਧੀਆ। ਉਹਦੇ ਵਿੱਚ ਬਹੁਤ ਵਧੀਆ ਅਲੰਕਾਰਾਂ ਦੀ ਵਰਤੋਂ ਕੀਤੀ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਸਾਹਿਤਿਕ ਪੱਖੋਂ ਵੀ ਬਹੁਤ ਵੱਡੇ ਵਿਦਵਾਨ ਸਨ। ਹੁਣ ਅੱਗੋਂ ਸ਼ਬਦ ਅਲੰਕਾਰ ਦੇਖਦੇ ਹਾਂ। ਸ਼ਬਦ ਅਲੰਕਾਰ ਵਿੱਚ ਕਿਹੜੇ ਕਿਹੜੇ ਅਲੰਕਾਰ ਆ ਜਾਂਦੇ ਹੈ? ਅਨੁਪ੍ਰਾਸ ਅਲੰਕਾਰ, ਯਮਕ ਅਲੰਕਾਰ, ਸਲੇਸ਼ ਅਲੰਕਾਰ ਅਤੇ ਵਿਪਸਾ ਅਲੰਕਾਰ। 4 ਅਲੰਕਾਰ ਨੇ ਜਿਹੜੇ ਸ਼ਬਦ ਅਲੰਕਾਰ ਵਿੱਚ ਆਉਂਦੇ ਆ, ਜਿਸ ਵਿੱਚੋਂ ਮੇਨਲੀ ਜਿਹੜਾ ਇੰਪੋਰਟੈਂਟ ਹੈਗਾ ਅਨੁਪ੍ਰਾਸ ਅਲੰਕਾਰ। ਅਤੇ ਅਨੁਪ੍ਰਾਸ ਅਲੰਕਾਰ ਮੈਂ ਤੁਹਾਨੂੰ ਕਰਾਵਾਂਗੀ
ਬਾਕੀ ਜਿਹੜੇ ਉਹਨਾਂ ਬਾਰੇ ਥੋੜੀ ਡੈਫੀਨੇਸ਼ਨ ਦੇ ਦਾਂਗੀ ਕਿ ਸਾਨੂੰ ਕਲੀਅਰ ਹੋਵੇ, ਪਰ ਇੰਪੋਰਟੈਂਟ ਜਿਹੜਾ ਅਨੁਪਰਾਸ ਅਲੰਕਾਰ ਹੈ। ਉਸ ਤੋਂ ਅੱਗੇ ਆ ਜਾਂਦਾ ਹੈ ਅਰਥ ਅਲੰਕਾਰ। ਹੁਣ ਅਲੰਕਾਰ ਸਾਹਿਤ ਦੀ ਇੱਕ ਕਿਸਮ ਹੈ। ਜਿਹੜੇ ਅਲੰਕਾਰ ਅਰਥਾਂ ਉੱਤੇ ਨਿਰਭਰ ਹੁੰਦੇ ਹਨ ਉਹ ਅਰਥ ਅਲੰਕਾਰ ਹਨ। ਜਦੋਂ ਕਾਵਿ ਵਿਚਲਾ ਚਮਤਕਾਰ ਸ਼ਬਦਾਂ ਦੀ ਬਜਾਏ ਅਰਥਾਂ ਦੇ ਪੱਧਰ 'ਤੇ ਪਿਆ ਹੋਵੇ ਉੱਥੇ ਅਰਥ ਅਲੰਕਾਰ ਮੌਜੂਦ ਹੁੰਦਾ। ਬਾਕੀ ਕੋਈ ਅਲੰਕਾਰ, ਅਸੀਂ ਪਹਿਲੇ ਤੁਹਾਨੂੰ ਮੈਂ ਸ਼ਬਦਾਂ ਦੀ ਬਣਾਵਟ ਦੱਸੀ ਕਿ ਸ਼ਬਦਾਂ ਦੀ ਬਣਾਵਟ ਇਸ ਤਰ੍ਹਾਂ ਨਾਲ ਆ ਰਹੀ ਹੈ ਕਿ ਕਵਿਤਾ ਵਿੱਚ ਖੂਬਸੂਰਤੀ ਪੈਦਾ ਹੋ ਰਹੀ ਹੈ। ਹੁਣ ਇਹਦੇ ਵਿੱਚ ਕੀ ਹੈ, ਅਰਥ ਅਲੰਕਾਰ ਵਿੱਚ ਸ਼ਬਦਾਂ ਦੀ ਬਣਾਵਟ ਇਸ ਤਰ੍ਹਾਂ ਆ ਰਹੀ ਹੈ ਕਿ ਉਹਦੇ ਵਿੱਚ ਖੂਬਸੂਰਤੀ ਪੈਦਾ ਹੋ ਰਹੀ ਹੈ। ਹੁਣ ਮਤਲਬ ਕਿ ਉਹ ਸ਼ਬਦਾਂ ਦੇ ਜਿਹੜੇ ਅਰਥ ਹੈ ਇਸ ਤਰ੍ਹਾਂ ਨਿਕਲ ਰਹੇ ਹਨ ਕਿ ਉਹਨਾਂ ਵਿੱਚ ਇੱਕ ਖੂਬਸੂਰਤੀ ਆ ਰਹੀ ਹੈ। ਅਰਥ ਅਲੰਕਾਰ ਵਿੱਚ ਵੀ 4 ਅਲੰਕਾਰ ਆ ਜਾਂਦੇ ਹਨ: ਉਪਮਾ ਅਲੰਕਾਰ, ਰੂਪਕ ਅਲੰਕਾਰ, ਦੀਪਕ ਅਲੰਕਾਰ, ਯਮਕ ਅਲੰਕਾਰ। ਹੁਣ ਇਹ ਵੀ 4 ਨੇ, ਪਰ ਇਹਦੇ ਵਿੱਚ ਜਿਹੜੇ ਇੰਪੋਰਟੈਂਟ ਨੇ ਉਪਮਾ ਅਲੰਕਾਰ ਅਤੇ ਰੂਪਕ ਅਲੰਕਾਰ। ਇਹ ਦੋਨੋਂ ਅਲੰਕਾਰ ਇੰਪੋਰਟੈਂਟ ਨੇ। ਇਹ ਦੋਨੋਂ ਅਲੰਕਾਰ ਅਸੀਂ ਕਰਾਂਗੇ। ਦੀਪਕ ਅਤੇ ਯਮਕ ਦੀ ਛੋਟੀ ਡੈਫੀਨੇਸ਼ਨ ਕਰਾਂਗੇ। ਠੀਕ ਹੈ। ਹੁਣ ਅੱਜ ਲਈ ਇੰਨਾ ਹੀ ਬਹੁਤ ਹੈ। ਕੱਲ੍ਹ ਮੈਂ ਤੁਹਾਨੂੰ ਅਲੰਕਾਰ ਸਟਾਰਟ ਕਰਾਵਾਂਗੀ, ਪਰ ਮੈਨੂੰ ਇੱਕ ਵਾਰ ਕਮੈਂਟ ਵਿੱਚ ਜ਼ਰੂਰ ਦੱਸ ਦਿਓ ਕਿ ਜਿਹੜੀ ਮੇਰੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗ ਰਹੀਆਂ ਹੈ, ਤਾਂ ਜੋ ਮੈਂ ਕੱਲ੍ਹ ਵੀ ਟੌਪਿਕ ਵਾਈਜ਼ ਜਿਹੜੀ ਹੈ ਵੀਡੀਓ ਬਣਾਵਾਂਗੀ। ਅਤੇ ਬਾਕੀ ਲਾਈਕ ਐਂਡ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ। ਔਰ ਥੈਂਕ ਯੂ, ਧੰਨਵਾਦ।